ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 51ਵੇਂ ਵਿੱਚ ਅੱਜ ਆਪਾਂ ਦੇਗਚੇ ਵਿੱਚੋਂ ਸੂਰ ਇਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨੌਰੰਗੇ ਨੇ ਕੈਦਖਾਨੇ ਵਿੱਚ ਕੈਦ ਕੀਤਾ ਹੋਇਆ ਸੀ। ਭੈੜੀ ਮੱਤ ਵਾਲੇ ਤੁਰਕ ਸਭ ਰੀਤੀਆਂ ਨਾਲ ਗੁਰੂ ਜੀ ਨੂੰ ਬਹੁਤ ਦੁਖੀ ਕਰਦੇ ਸਨ। ਫਿਰ ਸਾਰੇ ਮੁਲਾਣਿਆਂ ਕਾਜ਼ੀਆਂ ਨੇ ਇੱਕ ਥਾਂ ਮਿਲ ਕੇ ਸਲਾਹ ਕੀਤੀ। ਹਿੰਦੂਆਂ ਦੇ ਗੁਰੂ ਜੀ ਨੂੰ ਬਾਦਸ਼ਾਹ ਨੇ ਬੜੀ ਦ੍ਰਿੜਤਾ ਨਾਲ ਫੜਿਆ ਹੈ, ਕੈਦ ਕਰਕੇ ਬਹੁਤ ਦੁਖੀ ਕਰ ਰਹੇ ਹਨ। ਕਈ ਦਿਨ ਬੀਤ ਗਏ ਹਨ ਤੇ ਅਨੇਕ ਪ੍ਰਕਾਰ ਗੁਰੂ ਜੀ ਨੂੰ ਕਸ਼ਟ ਦਿੱਤੇ ਹਨ, ਪਰ ਉਹਨਾਂ ਨੇ ਰਾਈ ਭਰ ਵੀ ਆਪਣਾ ਹੱਠ ਨਹੀਂ ਛੱਡਿਆ ਹੈ। ਹੱਠ ਪਹਿਲਾਂ ਨਾਲੋਂ ਵੀ ਵਧਿਆ ਹੈ ਤੇ ਦ੍ਰਿੜਤਾ ਪਾ ਲਈ ਹੈ। ਅਨੇਕਾਂ ਉਪਾਅ ਕਰਕੇ ਬਹੁਤ ਰੋਕਿਆ ਹੈ, ਪਰ ਸਦਾ ਹੀ ਇੱਕ ਸਮਾਨ ਉਹਨਾਂ ਦੇ ਮੁੱਖ ਨੂੰ ਵੇਖਿਆ ਹੈ। ਡਰ ਮੰਨ ਕੇ ਕਦੀ ਵੀ ਦੀਨ ਹੋ ਕੇ ਨਹੀਂ ਵੇਖਿਆ। ਚਿਹਰੇ 'ਤੇ ਪ੍ਰਕਾਸ਼ ਹੈ ਤੇ ਹਰ ਵੇਲੇ ਪ੍ਰਸੰਨ ਚਿੱਤ ਰਹਿੰਦੇ ਹਨ। ਸ਼ਰ੍ਹਾ ਵਿੱਚ ਆਉਣਾ ਨਹੀਂ ਮੰਨਦੇ ਹਨ। ਬਾਦਸ਼ਾਹ ਨੂੰ ਕਹਿੰਦੇ ਹਨ ਕਿ ਸਾਡਾ ਦਿਲ ਨਹੀਂ ਮੰਨਦਾ। ਆਪਣੇ ਆਪ ਨੂੰ ਵੱਡਾ ਸਮਝਦੇ ਹਨ। ਤੁਰਕਾਂ ਦੇ ਮਤ ਨੂੰ ਨੀਵਾਂ ਦੱਸ ਕੇ ਤਰਕਾਂ ਕਰਦੇ ਹਨ। ਹੁਣ ਬਾਦਸ਼ਾਹ ਨੂੰ ਚੱਲ ਕੇ ਸਮਝਾਓ ਕਿ ਆਪਣਾ ਖਾਣਾ ਉਹਨਾਂ ਨੂੰ ਖਵਾਉਣ। ਇਸ ਤਰ੍ਹਾਂ ਸਲਾਹ ਕਰਕੇ ਕਾਜ਼ੀ ਮੁਲਾਣੇ, ਜਿਹੜੇ ਕੁਚਾਲੀ ਸ਼ਰ੍ਹਾ ਨਾਲ ਬੰਨੇ ਹੋਏ ਸਨ, ਬਾਦਸ਼ਾਹ ਵੱਲ ਚੱਲ ਪਏ। ਬਾਦਸ਼ਾਹ ਪਾਸ ਜਾ ਕੇ ਬੜੇ ਅਦਬ ਨਾਲ ਸਲਾਮ ਕਰਕੇ ਤੇ ਬਾਰ-ਬਾਰ ਤਸਲੀਮ ਧਾਰਨ ਕਰਕੇ ਬਾਦਸ਼ਾਹ ਪਾਸ ਪਹੁੰਚ ਕੇ ਉਸ ਨੂੰ ਸਮਝਾਇਆ, ਇੱਕ ਹੋਰ ਉਪਾਅ ਕਰਨ ਨਾਲ ਉਹ ਤੁਰਕ ਬਣ ਸਕਦੇ ਹਨ। ਬਹੁਤ ਦਿਨ ਉਹਨਾਂ ਨੇ ਭੋਜਨ ਤੋਂ ਬਗੈਰ ਬਤੀਤ ਕੀਤੇ ਹਨ। ਭੁੱਖ ਨਾਲ ਆਤੁਰ ਹੋ ਕੇ ਬਹੁਤ ਦੁੱਖ ਪਾਇਆ ਹੈ। ਆਪ ਹਲਾਲ ਦਾ ਮਾਸ ਮੰਗਵਾਓ ਤੇ ਲੂਣ ਮਸਾਲੇ ਪਾ ਕੇ ਇਸ ਨੂੰ ਪਕਵਾਓ। ਦੇਗਚੇ ਵਿੱਚ ਤਿਆਰ ਕਰਕੇ ਉਹਨਾਂ ਦੇ ਪਾਸ ਲੈ ਕੇ ਜਾਓ ਤੇ ਉਹਨਾਂ ਨੂੰ ਭੋਜਨ ਖਵਾਓ। ਜਦ ਤੁਹਾਡਾ ਖਾਣਾ ਖਾ ਲੈਣਗੇ ਤਾਂ ਆਪਣੇ ਆਪ ਤੁਰਕ ਬਣ ਜਾਣਗੇ। ਹੋਰ ਸਾਰੇ ਆਦਮੀ ਵੀ ਗੁਰੂ ਜੀ ਨੂੰ ਬਹੁਤ ਸਮਝਾਉਣ, ਸਭ ਤੋਂ ਵੱਧ ਲਾਲਚ ਵਿਖਾਉਣ ਕਿ ਤੁਸੀਂ ਸਾਰਿਆਂ ਦੇ ਪੀਰ ਬਣੋਗੇ। ਅਸੀਂ ਉਸ ਤਰ੍ਹਾਂ ਹੀ ਕਰਾਂਗੇ ਜਿਵੇਂ ਆਪ ਕਹੋਗੇ। ਇਸ ਤਰ੍ਹਾਂ ਅਨੇਕ ਪ੍ਰਕਾਰ ਕਹਿ ਕੇ 2-3 ਤੁਹਾਡੇ ਉਮਰਾਵ ਚੱਲ ਕੇ ਜਾਣ ਤੇ ਬਹੁਤ ਵਡਿਆਈ ਦੇ ਕੇ ਸਮਝਾਉਣ ਤੇ ਮਿੱਤਰਤਾ ਅਤੇ ਲਾਲਚ ਦਾ ਉਪਾਅ ਕਰਨ। ਉੱਚੀਆਂ ਨੀਵੀਆਂ ਗੱਲਾਂ ਕਹਿ ਕੇ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਪ੍ਰਗਟ ਰੂਪ ਵਿੱਚ ਸ਼ਰ੍ਹਾ ਵਿੱਚ ਲਿਆਓ। ਇਸ ਤਰ੍ਹਾਂ ਸੁਣ ਕੇ ਬਾਦਸ਼ਾਹ ਨੇ ਸਲਾਹ ਮੰਨ ਲਈ। ਮਹਾਦੁਸ਼ਟ ਭੈੜੀ ਮੱਤ ਵਾਲਾ ਵੱਡਾ ਨੀਚ ਹੈ। ਆਪਣੇ ਖਾਣ ਵਾਸਤੇ ਮਾੜੀ ਮੱਤ ਵਾਲੇ ਮੂਰਖ ਗਵਾਰ ਨੇ ਖਾਣਾ ਤਿਆਰ ਕਰਵਾਇਆ। 2 ਉਮਰਾਵ ਨੂੰ ਆਪਣੇ ਨਾਲ ਲਿਆ ਤੇ ਉਹ ਆਪਣੇ ਹੱਥ ਵਿੱਚ ਖਾਣਾ ਫੜ ਕੇ ਚੱਲ ਪਏ। ਜੇਲ੍ਹ ਵਿੱਚ ਚੱਲ ਕੇ ਗਏ। 10 ਦੇ ਕਰੀਬ ਮਨੁੱਖ ਨਾਲ ਲੈ ਲਏ, ਜਿੱਥੇ ਤੁਰਕਾਂ ਦੀ ਜੜ ਨਾਸ਼ ਕਰਨ ਵਾਲੇ ਭਾਵ ਗੁਰੂ ਜੀ ਬੈਠੇ ਸਨ, ਜਿਨ੍ਹਾਂ ਨੇ ਹਿੰਦੂਆਂ ਦੀ ਰੱਖਿਆ ਲਈ ਇਸ ਧਰਤੀ 'ਤੇ ਸਰੀਰ ਛੱਡ ਦਿੱਤਾ ਤੇ ਤੁਰਕਾਂ ਦੇ ਸਿਰ ਉੱਤੇ ਆਪਣਾ ਸਰੀਰ ਰੂਪੀ ਠੀਕਰ ਭੰਨ ਦਿੱਤਾ। ਜਿਹੜਾ ਰਾਜ ਤੇਜ ਬਹੁਤ ਵੱਡਾ ਸੀ, ਜਿਨ੍ਹਾਂ ਦੇ ਬਰਾਬਰ ਜੱਗ ਵਿੱਚ ਹੋਰ ਕੋਈ ਨਹੀਂ ਸੀ, ਉਹਨਾਂ ਨੂੰ ਭਲੀ ਪ੍ਰਕਾਰ ਝੂਠੇ ਕਰਕੇ ਪੂਰਨ ਸਤਿਗੁਰੂ ਜੀ ਉਹਨਾਂ ਦਾ ਨਾਸ਼ ਕਰਨਾ ਚਾਹੁੰਦੇ ਸਨ। ਕੋਠੜੀ ਅੰਦਰ ਜਿੱਥੇ ਬੈਠੇ ਸਨ, ਸਾਰਿਆਂ ਨੇ ਉੱਥੇ ਜਾ ਕੇ ਵੇਖਿਆ। ਪਹਿਲਾਂ ਆਪਣੇ ਪੱਖ ਨੂੰ ਸਮਝਾਇਆ। ਦੋਵਾਂ ਉਮਰਾਵਾਂ ਨੇ ਬਹੁਤ ਬਕਵਾਸ ਕੀਤੀ। ਤੁਸੀਂ ਇੰਨਾ ਸੰਕਟ ਕਿਉਂ ਸਹਾਰਦੇ ਹੋ? ਬਾਦਸ਼ਾਹ ਦਾ ਕਿਹਾ, ਸਿਰ ਉੱਤੇ ਧਾਰਨ ਕਰੋ, ਤੁਹਾਨੂੰ ਪੀਰਾਂ ਦੇ ਪੀਰ ਬਣਾ ਦੇਣਗੇ ਤੇ ਮੋਹਰਾਂ, ਮੋਤੀ ਅਤੇ ਹੀਰੇ ਅਰਪਣ ਕਰਨਗੇ। ਸਾਰੇ ਸਲਾਮ ਕਰਕੇ ਤੁਹਾਡੀ ਆਨ ਮੰਨਣਗੇ। ਬਾਦਸ਼ਾਹ ਨੇ ਇਸ ਤਰ੍ਹਾਂ ਕਿਹਾ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਨਿਕਾਹ ਕਰਾਵੋ। ਮਨ ਭਾਉਂਦੀ ਬਾਦਸ਼ਾਹ ਦੀ ਪੁੱਤਰੀ ਲੈ ਲਓ। ਇਸ ਤੋਂ ਵੱਡੀ ਹੋਰ ਕਿਹੜੀ ਵਡਿਆਈ ਹੈ? ਕੁਝ ਵੀ ਫਿਰ ਪਿੱਛੇ ਨਹੀਂ ਰਹਿੰਦਾ ਹੈ ਜਿਹੜੀ ਅਸੀਂ ਦੱਸ ਦਈਏ।
ਉਹਨਾਂ ਨੇ ਤੁਹਾਡੇ ਪਾਸ ਦੇਗਚਾ ਭੇਜਿਆ ਹੈ, ਉਸ ਖਾਣੇ ਨੂੰ ਖਾਓ ਤੇ ਮੁਖ ਤੋਂ ਕਲਮੇ ਦਾ ਉਚਾਰਨ ਕਰੋ। ਨਹੀਂ ਤਾਂ ਬਾਦਸ਼ਾਹ ਦਾ ਸੁਭਾਅ ਬੜਾ ਝਗੜਾਲੂ ਹੈ, ਫਿਰ ਉਹ ਜੋ ਚਾਹੇ ਕਰਦਾ ਹੈ, ਮੋੜਿਆ ਨਹੀਂ ਜਾ ਸਕਦਾ। ਕਈਆਂ ਲੋਕਾਂ ਦੇ ਪ੍ਰਾਣ ਉਹਨਾਂ ਨੇ ਦੂਰ ਕਰ ਦਿੱਤੇ ਹਨ, ਆਪਣੇ ਹੱਠ ਨੂੰ ਉਹ ਪੂਰਾ ਕਰ ਲੈਂਦੇ ਹਨ। ਇਸ ਕਰਕੇ ਹੁਣ ਮਨ ਵਿੱਚ ਸਮਝੋ, ਤੁਹਾਡੀ ਸਹਾਇਤਾ ਕਿਸੇ ਦੇਸ਼ ਵਿੱਚ ਵੀ ਕਿਸੇ ਨਹੀਂ ਕਰ ਸਕਣੀ, ਜਿਸ ਦੀ ਸਾਰੇ ਜੱਗ ਵਿੱਚ ਦੋਹੀ ਫਿਰਦੀ ਹੈ। ਐਸਾ ਕੋਈ ਬਲੀ ਨਹੀਂ ਜਿਹੜਾ ਉਹਨਾਂ ਦੇ ਸਾਹਮਣੇ ਹੋਵੇ। ਕਿਹੜਾ ਉਪਾਅ ਕਰਕੇ ਛੁਟਕਾਰਾ ਪਾ ਲਵੋਗੇ, ਫਜ਼ੂਲ ਵਿੱਚ ਵੱਡਾ ਦੁੱਖ ਪਾਓਗੇ। ਦੇਗਚਾ ਲੈ ਕੇ ਖਾਣਾ ਖਾਓ, ਫਿਰ ਛੁਟਕਾਰਾ ਪਾ ਕੇ ਅਨੇਕਾਂ ਵਿਧੀਆਂ ਨਾਲ ਐਸ਼ ਲਵੋ। ਸਾਡੀ ਗੱਲ ਮੰਨੋ, ਅਸੀਂ ਚੰਗੀ ਗੱਲ ਆਖੀ ਹੈ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ। ਮਾੜੀ ਮੱਤ ਵਾਲਿਆਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਗੁਰੂ ਜੀ ਨੇ ਦੇਗਚੇ ਵੱਲ ਵੇਖ ਕੇ ਕਿਹਾ, ਇਸ ਵਿੱਚ ਤੁਸੀਂ ਕੀ ਪਕਵਾਨ ਪਕਾ ਕੇ ਲਿਆਏ ਹੋ? ਇਸ ਦਾ ਖਾਣਾ ਕਿਵੇਂ ਸਿੱਧ ਹੋਵੇ? ਕੀ ਨਿਸ਼ਚੇ ਕਰਕੇ ਸਾਨੂੰ ਖਵਾਉਂਦੇ ਹੋ? ਇਸ ਨਾਲ ਤੁਹਾਡਾ ਕਿਹੜਾ ਕਾਰਜ ਬਣ ਜਾਏਗਾ? ਤੁਸੀਂ ਹੋਰਨਾਂ ਦਾ ਧਰਮ ਭ੍ਰਿਸ਼ਟ ਕਰਨਾ ਚਾਹੁੰਦੇ ਹੋ। ਇਸ ਹੱਠ ਕਰਕੇ ਤੁਸੀਂ ਬਹੁਤ ਦੁੱਖ ਪਾਓਗੇ। ਆਪਣੇ ਪਰਵਰਦਿਗਾਰ ਨੂੰ ਮਨ ਤੋਂ ਵਿਸਾਰਿਆ ਹੈ ਤੇ ਸਰੀਰ ਨਾਲ ਬੜੇ ਖੋਟੇ ਕਰਮ ਕਰਦੇ ਹੋ। ਇਸ ਦੇਗਚੇ ਦਾ ਢੱਕਣ ਲਾ ਦਿਓ ਤੇ ਆਪਣੀ ਭਾਵਨਾ ਦਾ ਫਲ ਲੈ ਕੇ ਵੇਖੋ। ਖਾਣੇ ਦੇ ਜਿਹੜਾ ਪਾਸ ਖੜਾ ਸੀ, ਉਸਨੇ ਸੁਣਦਿਆਂ ਸਾਰ ਦੇਗਚੇ ਦਾ ਢੱਕਣ ਲਾ ਦਿੱਤਾ। ਤੁਰਕ ਨੇ ਜਦ ਦੇਗਚੇ ਦਾ ਮੂੰਹ ਖੋਲ੍ਹਿਆ ਤਾਂ ਉਸ ਵਿੱਚ ਉਸਨੇ ਅਸਚਰਜ ਚੀਜ਼ ਵੇਖੀ। ਉਸ ਵਿੱਚੋਂ ਛੋਟੇ ਛੋਟੇ ਬਹੁਤ ਸੂਰ ਨਿਕਲੇ। ਉਹ ਸਾਰੇ ਘੁਰ-ਘੁਰ ਦੀ ਬਹੁਤ ਆਵਾਜ਼ ਕਰਦੇ ਸਨ। ਕੋਈ ਡੱਡੂ ਵਾਂਗ ਛਾਲ ਮਾਰ ਕੇ ਬਾਹਰ ਨਿਕਲ ਆਉਂਦਾ ਸੀ ਤੇ ਦੇਗਚੇ ਵਿੱਚੋਂ ਛਾਲ ਮਾਰ ਕੇ ਪ੍ਰਗਟ ਰੂਪ ਵਿੱਚ ਭੱਜਦੇ ਸਨ। ਕਈ ਉਸ ਨਾਲੋਂ ਵੀ ਵੱਡੇ ਨਿਕਲਦੇ ਸਨ। ਚੂਹੇ ਜਿੱਡੇ ਫਿਰਦੇ ਬੋਲਦੇ ਸਨ। ਕਈ ਉਸ ਤੋਂ ਵੀ ਵੱਡੇ ਦਿਸਦੇ ਸਨ, ਜਿਵੇਂ ਉਹ ਬਿੱਲੀ ਦੇ ਬੱਚਿਆਂ ਵਾਂਗ ਚੰਚਲ ਹੋ ਰਹੇ ਸਨ। ਕਈ ਬਿੱਲੀ ਵਰਗੇ ਫਿਰ ਰਹੇ ਸਨ। ਸਾਰੇ ਨਿਕਲ ਕੇ ਬਾਹਰ ਚਲੇ ਗਏ। ਕਾਲੇ, ਡੱਬ ਖੜੱਬੇ ਅਤੇ ਵਿਸ਼ਾਲ ਸਫੇਦ ਰੰਗ ਦੇ ਸਨ। ਉਹਨਾਂ ਦੇ ਮੂੰਹ ਹਿਲਦੇ ਸਨ, ਜਿਹੜੇ ਇੱਧਰ ਉੱਧਰ ਫਿਰ ਰਹੇ ਸਨ। ਛੋਟੀ ਜਿਹੀ ਪੂੰਛ ਨੂੰ ਬਹੁਤ ਹਿਲਾਉਂਦੇ ਸਨ। ਕੰਨਾਂ ਨੂੰ ਸੰਘੋੜਦੇ ਸਨ ਤੇ ਉਸ ਥਾਂ ਹੀ ਤੁਰੇ ਫਿਰਦੇ ਸਨ। ਉਹ ਸੂਰਾਂ ਦੇ ਬੱਚੇ ਬਹੁਤ ਡਰ ਕੇ ਭੱਜ ਪਏ ਤੇ ਨਿਕਲ ਕੇ ਦਰਵਾਜ਼ੇ ਵੱਲ ਚਲੇ ਗਏ। ਤੁਰਕਾਂ ਦੇ ਪੈਰਾਂ ਵਿੱਚ ਦੌੜਦੇ ਸਨ। ਰਾਤ ਨੂੰ ਰਹਿਣ ਵਾਲੀਆਂ ਮਹਿਫੂਜ਼ ਥਾਵਾਂ ਵੱਲ ਦੌੜੇ ਜਾਂਦੇ ਸਨ। ਜਿੱਥੇ ਉਹਨਾਂ ਦਾ ਖਾਣਾ ਮਿਲਦਾ ਸੀ, ਭੱਜ ਕੇ ਉੱਧਰ ਫਿਰਦੇ ਸਨ। ਉਹਨਾਂ ਦੇ ਬਰਤਨਾਂ ਨੂੰ ਮੂੰਹ ਲਾਉਂਦੇ ਸਨ। ਦੌੜ ਕੇ ਉਹਨਾਂ ਬਰਤਨਾਂ ਨੂੰ ਰੇੜਦੇ ਸਨ। ਜਲ ਦੇ ਨਾਲ ਆਪਣੇ ਅੰਗਾਂ ਨੂੰ ਛੂੰਹਦੇ ਸਨ ਤੇ ਫਿਰ ਉਹਨਾਂ ਮਨੁੱਖਾਂ ਦੇ ਕੱਪੜਿਆਂ ਨਾਲ ਛੂੰਹਦੇ ਸਨ। ਸਿਪਾਹੀਆਂ ਦੇ ਸ਼ਸਤਰਾਂ ਨਾਲ ਆਪਣੇ ਸਰੀਰਾਂ ਨੂੰ ਛੂੰਹਦੇ ਸਨ। ਜਿੱਥੇ ਕਿੱਥੇ ਘੁਰ ਕਰਦੇ ਭੱਜੇ ਫਿਰਦੇ ਸਨ। ਬਹੁਤ ਡਰੇ ਹੋਏ ਕੈਦਖਾਨੇ ਵਿੱਚ ਸਭ ਥਾਈਂ ਦੌੜੇ ਫਿਰਦੇ ਸਨ। ਕੱਚਾ ਪੱਕਾ ਅਨਾਜ ਜਿੱਥੇ ਵੀ ਸੀ, ਉਸ ਨੂੰ ਮੂੰਹ ਲਾ ਕੇ ਜਿੰਨਾ ਵੀ ਹੁੰਦਾ ਸੀ ਖਾ ਜਾਂਦੇ ਸਨ। ਕਈ ਕੁਤਵਾਲੀ ਨੂੰ ਛੱਡ ਕੇ ਭੱਜ ਗਏ ਤੇ ਕਾਹਲੀ ਬਾਜ਼ਾਰ ਵਿੱਚ ਫਿਰਦੇ ਸਨ। ਤੁਰਕ ਤੌਬਾ ਕਰਦੇ ਸਨ। ਕੀ ਹੋਇਆ, ਕੁਝ ਨਹੀਂ ਜਾਣਦੇ ਸਨ। ਕਹਿੰਦੇ ਸਨ, ਅਸੀਂ ਸਾਰੀਆਂ ਰੀਤੀਆਂ ਨਾਲ ਨਾਪਾਕ ਹੋ ਗਏ ਹਾਂ। ਸਾਡਾ ਈਮਾਨ ਕਿੱਥੇ ਰਿਹਾ ਹੈ? ਨਾਸ਼ ਹੋ ਗਿਆ ਹੈ। ਸਾਡਾ ਭੋਜਨ, ਬਰਤਨ ਅਤੇ ਕੱਪੜੇ ਸੂਰਾਂ ਨੂੰ ਛੂਹ ਗਏ ਹਨ। ਸਾਰੇ ਇੱਧਰ ਫਿਰ ਰਹੇ ਹਨ। ਮਾਰੋ, ਇਹਨਾਂ ਨੂੰ ਬਾਹਰ ਭਜਾ ਦਿਓ। ਚਾਰੇ ਪਾਸੇ ਤੁਰਕ ਉੱਚੀ ਬੋਲ ਰਹੇ ਸਨ। ਭੱਜ ਕੇ ਉਹਨਾਂ ਦੇ ਨਾਲ ਜਾਂਦੇ ਸਨ। ਕੋਈ ਭੱਜ ਜਾਂਦਾ ਸੀ ਤੇ ਕਈਆਂ ਨੂੰ ਮਾਰ ਦਿੰਦੇ ਸਨ। ਕੁਤਵਾਲੀ ਵਿੱਚ ਵੱਡਾ ਰੌਲਾ ਮਚ ਗਿਆ, ਮਾਨੋ ਕੋਈ ਮਨੁੱਖ ਭੜਥੂ ਪਾ ਕੇ ਨੱਚਿਆ ਹੋਵੇ। ਹੱਥ ਵਿੱਚ ਭਾਲੇ ਅਤੇ ਤਲਵਾਰਾਂ ਫੜ ਕੇ ਸੂਰਾਂ ਦੇ ਨਾਲ ਭੱਜੇ ਫਿਰਦੇ ਸਨ। ਮਾਨੋ ਅਚਾਨਕ ਵਿਪਤਾ ਆ ਪਈ ਸੀ। ਪੁੱਛਣ ਉੱਤੇ ਕੁਝ ਕਿਹਾ ਨਹੀਂ ਸੀ ਜਾਂਦਾ। ਜੇਲ੍ਹ ਵਿੱਚ ਜਿਹੜੇ ਫੜੇ ਗਏ, ਉਹਨਾਂ ਨੂੰ ਵੇਖ ਕੇ ਤੁਰਕ ਡਰ ਗਏ ਤੇ ਹਿੰਦੂਆਂ ਨੇ ਸੁੱਖ ਅਨੁਭਵ ਕੀਤਾ। ਸਾਰਿਆਂ ਦੀ ਬੁੱਧੀ ਹੈਰਾਨ ਰਹਿ ਗਈ। ਇਹ ਕੀ ਗਤੀ ਹੋਈ ਹੈ, ਜਾਣੀ ਨਹੀਂ ਜਾਂਦੀ। ਤੁਰਕਾਂ ਨੇ ਚਾਰੇ ਪਾਸਿਆਂ ਤੋਂ ਘੇਰ ਕੇ ਕਈ ਸੂਰ ਉਸ ਥਾਂ ਹੀ ਮਾਰ ਦਿੱਤੇ। ਕਈ ਭਜਾਏ ਹੋਏ ਨਗਰ ਵਿੱਚ ਜਾ ਨਿਕਲੇ, ਜਿਨ੍ਹਾਂ ਨੂੰ ਵੇਖ ਕੇ ਹਿੰਦੂ ਬਹੁਤ ਪ੍ਰਸੰਨ ਹੋਏ। ਕੈਦਖਾਨੇ ਦੇ ਜਿੰਨੇ ਸਿਪਾਹੀ ਸਨ, ਉਹਨਾਂ ਨੇ ਆਪਣੇ ਸਰੀਰ ਦੇ ਕੱਪੜੇ ਲਾਹ ਦਿੱਤੇ ਤੇ ਸਾਰਿਆਂ ਨੇ ਮਿਲ ਕੇ ਪਾਣੀ ਨਾਲ ਇਸ਼ਨਾਨ ਕੀਤਾ ਤੇ ਤਦ ਹੋਰ ਥਾਵਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ। ਜਿਹੜੀ ਉੱਚਿਤ ਰੱਖਣ ਵਾਲੀ ਵਸਤੂ ਸੀ, ਉਹ ਰੱਖ ਲਈ, ਨਹੀਂ ਤਾਂ ਉਹ ਵਸਤਾਂ ਕਿਸੇ ਹੋਰ ਨੂੰ ਦੇ ਦਿੱਤੀਆਂ
ਮਾੜੀ ਮੱਤ ਵਾਲੇ ਬਹੁਤ ਦੁਖੀ ਹੋਏ ਕਹਿੰਦੇ ਸਨ, ਸਾਡਾ ਈਮਾਨ ਨਾਸ਼ ਹੋ ਗਿਆ ਹੈ। ਸ਼ਹਿਰ ਦੇ ਦਰਵਾਜ਼ੇ ਅਤੇ ਥਾਂ-ਥਾਂ ਲੋਕ ਆਪਸ ਵਿੱਚ ਗੱਲਾਂ ਕਰਦੇ ਸਨ। ਪ੍ਰਗਟ ਰੂਪ ਵਿੱਚ ਕਰਾਮਾਤ ਸਹਿਤ ਹਿੰਦੂਆਂ ਦੇ ਗੁਰੂ ਜੀ ਨੂੰ ਫੜਿਆ ਹੈ। ਦੇਗਚੇ ਨੂੰ ਅੱਗ ਉੱਤੇ ਰੱਖ ਕੇ ਉਸ ਵਿੱਚ ਖਾਣਾ ਪਕਾਇਆ। ਉਸ ਵਿੱਚੋਂ ਬਹੁਤ ਸੂਰ ਕੱਢ ਦਿੱਤੇ। ਛੋਟੇ-ਛੋਟੇ ਘੁਰ-ਘੁਰ ਕਰਦੇ ਭੱਜੇ ਫਿਰਦੇ ਸਨ ਤੇ ਤੁਰਕਾਂ ਦੇ ਸਰੀਰਾਂ ਨੂੰ ਉਹ ਛੂੰਹਦੇ ਸਨ। ਕਈਆਂ ਨੂੰ ਜਦ ਮਾਰ ਦਿੱਤਾ ਤਾਂ ਉਹਨਾਂ ਦਾ ਖੂਨ ਵਗਿਆ। ਜਿਹੜੇ ਭੱਜ ਕੇ ਮਾਰ ਰਹੇ ਸੀ ਉਹਨਾਂ ਨੂੰ ਖੂਨ ਲੱਗ ਗਿਆ। ਉਹਨਾਂ ਦੇ ਸਾਰੇ ਸਰੀਰ ਉੱਤੇ ਖੂਨ ਦੇ ਛਿੱਟੇ ਪੈ ਗਏ। ਜਿਹੜੇ ਜ਼ਖਮੀ ਹੋ ਗਏ ਉਹਨਾਂ ਨੇ ਬਹੁਤ ਥਾਂ ਵਿਗਾੜਿਆ ਹੈ। ਜਿੱਥੇ ਕਿੱਥੇ ਕੈਦਖਾਨੇ ਵਿੱਚ ਫਿਰਦੇ ਇੱਧਰ ਉੱਧਰ ਜਾਂਦੇ ਦਿਖਾਈ ਦਿੰਦੇ ਸਨ। ਉਹਨਾਂ ਤੁਰਕਾਂ ਦਾ ਈਮਾਨ ਚਲੇ ਗਿਆ ਜਾਣਿਆ ਜਾਂਦਾ ਹੈ। ਸੂਰਾਂ ਦਾ ਖੂਨ ਸਭ ਨੂੰ ਲੱਗਾ ਸੁਣਿਆ ਜਾਂਦਾ ਹੈ। ਹਿੰਦੂਆਂ ਦੇ ਗੁਰੂ ਜੀ ਨੇ ਆਪਣੀ ਸ਼ਕਤੀ ਵਿਖਾਈ। ਸਾਰੇ ਤੁਰਕ ਮੂਰਖ ਬਣ ਗਏ ਹਨ। ਕੁਝ ਸਮਝ ਨਹੀਂ ਆਉਂਦੀ ਹੈ। ਸੁਣ ਕੇ ਹਿੰਦੂ ਬਹੁਤ ਹੈਰਾਨ ਹੋਏ। ਸਾਰੇ ਨੌਰੰਗੇ ਦੀ ਨਿੰਦਿਆ ਕਰਦੇ ਸਨ। ਦੁਸ਼ਟ ਤੋਂ ਡਰਦੇ ਲੁਕ ਕੇ ਕਹਿੰਦੇ ਸਨ, ਮਾੜੀ ਮੱਤ ਵਾਲਾ ਮਹਿਮਾ ਨਹੀਂ ਸਮਝਦਾ ਹੈ। ਵੱਡਾ ਪਾਪੀ ਮਹਾ ਜ਼ੁਲਮ ਕਰਦਾ ਹੈ ਤੇ ਸਾਧੂ ਪੁਰਸ਼ਾਂ ਨੂੰ ਬਹੁਤ ਸੰਤਾਪ ਦਿੰਦਾ ਹੈ। ਇਹਨਾਂ ਤੁਰਕਾਂ ਦਾ ਤੇਜ ਖਤਮ ਹੋ ਜਾਏਗਾ। ਕਠਨ ਹੱਠ ਕਰਨਾ ਐਸਾ ਉਸਦੇ ਦਿਲ ਦਾ ਆਸ਼ਾ ਹੈ। ਭਾਵ ਉਹ ਮੂਰਖ ਬਹੁਤ ਹਠੀ ਹੈ। ਇਸ ਪ੍ਰਕਾਰ ਸ਼ਹਿਰ ਵਿੱਚ ਬਹੁਤ ਰੌਲਾ ਪਿਆ। ਘਰ ਦਰਵਾਜ਼ੇ ਤੇ ਇਹ ਰੌਲਾ ਸੁਣਿਆ ਜਾਂਦਾ ਸੀ। ਉਹਨਾਂ ਉਮਰਾਵਾਂ ਨੇ ਇਸ਼ਨਾਨ ਕੀਤਾ ਤੇ ਹੋਰ ਕੱਪੜੇ ਪਹਿਨ ਲਏ। ਹਿਰਦੇ ਵਿੱਚ ਹੈਰਾਨ ਹੋ ਕੇ ਉਹ ਤਦ ਬਹੁਤ ਪਛਤਾਉਂਦੇ ਸਨ। ਤਦ ਉਹ ਬਾਦਸ਼ਾਹ ਦੇ ਪਾਸ ਗਏ, ਸਲਾਮ ਕਰਕੇ ਖੜੇ ਹੋ ਗਏ ਤੇ ਸਾਰਾ ਬਿਰਤਾਂਤ ਸੁਣਾਉਣ ਲੱਗੇ। ਤੁਹਾਡੇ ਭੇਜੇ ਹੋਏ ਖਾਣਾ ਲੈ ਕੇ ਗਏ ਸੀ। ਆਪ ਦਾ ਕਿਹਾ ਹੋਇਆ ਸਭ ਕਹਿ ਕੇ ਸੁਣਾਇਆ। ਰੱਤਾ ਭਰ ਵੀ ਡਰ ਨਹੀਂ ਮੰਨਿਆ ਤੇ ਮਨ ਵਿੱਚ ਹੋਰ ਨਿਡਰਤਾ ਧਾਰਨ ਕਰ ਲਈ। ਉਹਨਾਂ ਨੇ ਕਿਹਾ, ਜੇ ਤੁਸੀਂ ਕਿਸੇ ਦਾ ਧਰਮ ਛੁਡਾਓਗੇ ਤਾਂ ਇਸ ਦਾ ਫਲ ਬਹੁਤ ਦੁੱਖ ਪਾਓਗੇ। ਜਦ ਕਰੜੇ ਹੋ ਕੇ ਅਸੀਂ ਕਿਹਾ ਤਦ ਅਚਰਜ ਕਾਰਜ ਕੀਤਾ। ਉਸ ਬਾਰੇ ਵੀ ਤੁਸੀਂ ਸੁਣੋ। ਜਦ ਖਾਣ ਵਾਸਤੇ ਭੋਜਨ ਦੇਣ ਲੱਗੇ ਤੇ ਉਸ ਦੇਗਚੇ ਦਾ ਢੱਕਣ ਲਾਇਆ, ਬੁਰੇ ਭਾਵ ਸੂਰ ਬਹੁਤ ਨਿਕਲੇ, ਗਿਣੇ ਨਹੀਂ ਸਨ ਜਾਂਦੇ ਤੇ ਉਹ ਕੈਦੀਆਂ ਵਿੱਚ ਇੱਧਰ ਉੱਧਰ ਭੱਜੇ ਫਿਰਦੇ ਸਨ। ਸਾਰੇ ਮਕਾਨ ਵਿੱਚ ਜੋ ਬੈਠਣ ਵਾਲੇ ਸਥਾਨ ਸਨ ਉਹ ਸਾਰੇ ਉਹਨਾਂ ਸੂਰਾਂ ਨੇ ਫੇਰ ਕੇ ਨਾਪਾਕ ਕਰ ਦਿੱਤੇ। ਵੇਖ ਕੇ ਅਸੀਂ ਬਹੁਤ ਹੈਰਾਨ ਹੋਏ। ਜਦ ਛੋਟੇ ਅਣਗਿਣਤ ਸੂਰ ਦੇਗਚੇ ਵਿੱਚੋਂ ਬਾਹਰ ਨਿਕਲੇ, ਕਹਿ ਕੇ ਸਿਪਾਹੀਆਂ ਨੂੰ ਭਜਾ ਕੇ ਮਰਵਾਏ। ਕਈ ਨਗਰ ਤੋਂ ਬਾਹਰ ਭੱਜ ਗਏ। ਹੈਰਾਨ ਹੋ ਕੇ ਹਜ਼ਾਰਾਂ ਲੋਕ ਆ ਗਏ। ਉਹਨਾਂ ਸੂਰਾਂ ਨੂੰ ਵੇਖਣ ਵਾਸਤੇ ਵੱਡੀ ਭੀੜ ਲੱਗ ਗਈ। ਥਾਂ ਭੱਜੇ ਫਿਰਦੇ ਸਨ ਤਾਂ ਬਹੁਤ ਰੌਲਾ ਮਚਿਆ। ਸਾਰੇ ਕੋਤਵਾਲੀ ਦੇ ਦਰਵਾਜ਼ੇ ਤੇ ਖੜੇ ਸਨ। ਛੋਟੇ ਦੇਗਚੇ ਵਿੱਚ ਖਾਣਾ ਪਕਾਇਆ ਸੀ, ਪਰ ਉਸ ਵਿੱਚੋਂ ਉਹਨਾਂ ਨੇ ਅਨੇਕਾਂ ਸੂਰ ਕੱਢ ਦਿੱਤੇ। ਸਾਰਿਆਂ ਦੇ ਮਨ ਵਿੱਚ ਨਫ਼ਰਤ ਪੈਦਾ ਹੋਈ ਹੈ। ਈਮਾਨ ਦਾ ਨਾਸ ਹੋਣ ਕਰਕੇ ਸਾਰੇ ਪਛਤਾਉਂਦੇ ਹਨ। ਆਪ ਜੀ ਦਾ ਡਰ ਹਿਰਦੇ ਵਿੱਚੋਂ ਕੱਢ ਕੇ ਗੁਰੂ ਜੀ ਨੇ ਐਸਾ ਕਾਰਜ ਕੀਤਾ ਹੈ ਜਿਸ ਪ੍ਰਕਾਰ ਅਸੀਂ ਤੁਹਾਨੂੰ ਕਹਿ ਕੇ ਸੁਣਾਇਆ ਹੈ। ਫਿਰ ਦੇਗਚਾ ਖਾਲੀ ਹੋ ਗਿਆ। ਸਾਰੇ ਲੋਕ ਹੈਰਾਨ ਰਹਿ ਗਏ। ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ। ਸਾਰਿਆਂ ਨੇ ਇਸ਼ਨਾਨ ਕਰਕੇ ਕੱਪੜੇ ਧੋਤੇ ਹਨ। ਕਈਆਂ ਨੇ ਕੱਪੜੇ ਉਤਾਰ ਕੇ ਗਰੀਬਾਂ ਨੂੰ ਦੇ ਦਿੱਤੇ ਹਨ। ਫਿਰ ਵੀ ਹਿਰਦੇ ਵਿੱਚ ਨਫ਼ਰਤ ਕਾਇਮ ਰਹੀ ਹੈ ਤੇ ਹੈਰਾਨ ਹੋ ਕੇ ਮੁਖ ਤੋਂ ਕਹਿੰਦੇ ਹਨ, ਯਾ ਖੁਦਾ। ਮੂਰਖ ਮੱਤ ਵਾਲੇ ਝਗੜਾਲੂ ਨੌਰੰਗੇ ਨੇ ਸੁਣਿਆ। ਜਿਹੜਾ ਦੀਨ ਦੀ ਸ਼ਰ੍ਹਾ ਦੇ ਕਠਨ ਹੱਠ ਉੱਤੇ ਸਵਾਰ ਹੋਇਆ ਸੀ, ਉਸਦੇ ਹੋਂਠ ਫਰਕੇ ਤੇ ਅੱਖਾਂ ਲਾਲ ਹੋ ਗਈਆਂ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਜੀ ਨੇ ਆਪਣੀ ਕਲਾ ਵਰਤਾਈ ਤੇ ਤੁਰਕਾਂ ਦਾ ਸਾਰਾ ਧਰਮ ਭ੍ਰਿਸ਼ਟ ਕਰ ਦਿੱਤਾ। ਸਾਰੇ ਤੁਰਕ ਨੌਰੰਗੇ ਸਹਿਤ ਬਹੁਤ ਪਛਤਾ ਰਹੇ ਸਨ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 51ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।